बच्चों साਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਦਾ ਸਵਾਗਤ ਹੈ ਨੈਸ ਅਭਿਆਸ ਸ਼ੀਟ ਨੰਬਰ 34 ਵਿੱਚ। ਆਓ ਅੱਜ ਦੀ ਇਸ ਸ਼ੀਟ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਿਸ਼ਾ ਪੰਜਾਬੀ ਵਿਸ਼ੇ 'ਚ ਬੱਚਿਓ ਅੱਜ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਸਾਨੂੰ ਇਸ਼ਤਿਹਾਰ ਜਿਹੜਾ ਹੈ ਉਹ ਦਿੱਤਾ ਹੈ। ਇਸ਼ਤਿਹਾਰ ਨੂੰ ਅਸੀਂ ਪੜ੍ਹਨਾ ਹੈ, ਸਮਝਣਾ ਹੈ, ਉਸ ਤੋਂ ਬਾਅਦ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਮੈਂ ਸਕਰੋਲ ਕਰ ਲਿਆ ਹੈ ਕਾफ़ੀ, ਜ਼ੂਮ ਕਰਕੇ ਤੁਹਾਨੂੰ ਵਿਖਾ ਰਿਹਾ ਹਾਂ। ਇਸ਼ਤਿਹਾਰ ਜਿਹੜਾ ਇਸ ਨੂੰ ਪੜ੍ਹਦੇ ਹਾਂ। ਕੋਵਿਡ ਅਜੇ ਗਿਆ ਨਹੀਂ, ਸਾਡੀ ਸੁਰੱਖਿਆ ਸਾਡੇ ਹੱਥ, ਬਿਨਾਂ ਮਾਸਕ ਤੋਂ ਅੰਦਰ ਆਉਣਾ ਮਨਾ ਹੈ, ਬਿਨਾਂ ਜ਼ਰੂਰਤ ਤੋਂ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਵੋ, ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਕੇ ਹੀ ਸਕੂਲ ਕਰੋ, ਹਮੇਸ਼ਾ ਇੱਕ ਦੂਜੇ ਤੋਂ 2 ਗਜ ਦੀ ਦੂਰੀ ਬਣਾ ਕੇ ਰੱਖੋ। ਇਹ ਹੈ ਇਸ਼ਤਿਹਾਰ। ਚੰਗੀ ਤਰ੍ਹਾਂ ਤੁਸੀਂ ਵੇਖ ਲਿਆ, ਸਮਝ ਲਿਆ, ਦੇਖ ਲਿਆ ਹੋਵੇਗਾ। ਆਓ ਹੁਣ ਪ੍ਰਸ਼ਨਾਂ 'ਤੇ ਚੱਲਦੇ ਹਾਂ। ਪਹਿਲਾ ਪ੍ਰਸ਼ਨ ਹੈ, ਦਿੱਤੇ ਗਏ ਇਸ਼ਤਿਹਾਰ ਨੂੰ ਵੇਖ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਵਿਕਲਪਾਂ 'ਚੋਂ ਆਪਾਂ ਚੁਣਨੇ ਨੇ। ਪਹਿਲਾ ਪ੍ਰਸ਼ਨ, ਸਾਨੂੰ ਅੰਦਰ ਆਉਣ ਵੇਲੇ ਕਿਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ? ਮਾਸਕ ਲੈ ਕੇ ਅੰਦਰ ਆਉਣਾ ਚਾਹੀਦਾ ਹੈ, ਮਾਸਕ ਲਗਾ ਕੇ ਅੰਦਰ ਆਉਣਾ ਚਾਹੀਦਾ ਹੈ, ਬਿਨਾਂ ਮਾਸਕ ਤੋਂ ਅੰਦਰ ਆਉਣਾ ਚਾਹੀਦਾ ਹੈ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਇਸ਼ਤਿਹਾਰ ਦੇ ਮੁਤਾਬਕ ਅਸੀਂ ਉੱਤਰ ਦੇਵਾਂਗੇ। ਇਸ਼ਤਿਹਾਰ ਦੇ ਮੁਤਾਬਕ ਦੱਸਿਆ ਗਿਆ ਕਿ ਮਾਸਕ ਲਗਾ ਕੇ, ਲੈ ਕੇ ਨਹੀਂ, ਲਗਾ ਕੇ, ਇਹ ਯਾਦ ਰੱਖਣਾ ਹੈ, ਮਾਸਕ ਲਗਾ ਕੇ ਹੀ ਅੰਦਰ ਆਉਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 2, ਸਕੂਲ ਅੰਦਰ ਦਾਖਲ ਹੋਣ ਤੋਂ ਪਹਿਲਾਂ ਕੀ ਕਰਨ ਲਈ ਕਿਹਾ ਗਿਆ ਹੈ? ਕਿਸੇ ਚੀਜ਼ ਨੂੰ ਹੱਥ ਲਗਾ ਕੇ, ਦਸਤਾਨੇ ਪਾ ਕੇ, ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਕੇ, ਜਾਂ ਫਿਰ ਉਪਰੋਕਤ ਸਾਰੇ? ਤਾਂ ਇਸ ਦਾ ਉੱਤਰ ਵੀ ਬਿਲਕੁਲ ਸਪਸ਼ਟ ਹੈ ਕਿ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼, ਮਤਲਬ ਹੱਥ ਚੰਗੀ ਤਰ੍ਹਾਂ ਸਾਬਣ ਜਾਂ ਸੈਨੀਟਾਈਜ਼ਰ ਨਾਲ ਧੋ ਕੇ ਫਿਰ ਅੰਦਰ ਆਉਣਾ ਹੈ, ਸੈਨੀਟਾਈਜ਼ ਕਰਕੇ ਅੰਦਰ ਦਾਖਲ ਹੋਣਾ ਹੈ। ਉੱਤਰ ਆਏਗਾ ਈਡੀ। ਪ੍ਰਸ਼ਨ ਨੰਬਰ 3, ਹੇਠ ਲਿਖਿਆ ਜੋ ਕਿਹੜਾ ਸ਼ਬਦ ਕਥਨ ਸਹੀ ਨਹੀਂ ਹੈ? ਹੁਣ ਇਹਨਾਂ 'ਚੋਂ ਕਿਹੜਾ ਕਥਨ ਜਿਹੜਾ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਨਹੀਂ ਹੈ? ਕੋਵਿਡ ਦਾ ਖਤਰਾ ਟਲਿਆ ਨਹੀਂ ਹੈ, ਇਹ ਤਾਂ ਸਹੀ ਹੈ। ਉਹਨਾਂ ਪੁੱਛਿਆ ਕਿ ਕਿਹੜਾ ਕਥਨ ਸਹੀ ਨਹੀਂ ਹੈ? ਪਹਿਲਾ ਤਾਂ ਸਹੀ ਹੈ ਕਿ ਖਤਰਾ ਟਲਿਆ ਨਹੀਂ ਹੈ। ਦੂਸਰਾ ਹੈ, ਹੁਣ ਕੋਵਿਡ ਦਾ ਕੋਈ ਡਰ ਨਹੀਂ ਹੈ, ਬਿਲਕੁਲ ਡਰ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹੀ ਗਲਤ ਹੈ। ਅੱਗੇ ਵੀ ਪੜ੍ਹਦੇ ਹਾਂ। ਸਾਨੂੰ ਕੋਵਿਡ ਤੋਂ ਅਜੇ ਵੀ ਬਚਾਅ ਰੱਖਣਾ ਚਾਹੀਦਾ ਹੈ, ਬਿਲਕੁਲ ਸਹੀ। ਸਾਡੇ ਹੱਥ ਸਾਡੀ ਸੁਰੱਖਿਆ, ਇਹ ਵੀ ਬਿਲਕੁਲ ਸਹੀ। ਤਾਂ ਗਲਤ ਹੈ ਐੜਾ, ਜੋ ਕਿ ਹੈ ਹੁਣ ਕੋਵਿਡ ਦਾ ਕੋਈ ਡਰ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਬਿਲਕੁਲ ਗਲਤ ਹੈ। ਪ੍ਰਸ਼ਨ ਨੰਬਰ 4, ਸਾਨੂੰ ਇੱਕ ਦੂਜੇ ਤੋਂ ਡੈਸ਼ ਗਜ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਤਾਂ ਕਿੰਨੇ ਗਜ ਦੀ ਦੂਰੀ ਕਿਹਾ ਹੈ? 2 ਗਜ ਦੀ। ਸੋ ਉੱਤਰ ਆਏਗਾ ਇਹਦਾ ਊੜਾ। ਪ੍ਰਸ਼ਨ ਨੰਬਰ 5, ਹੇਠ ਲਿਖੇ ਵਾਕ ਦੇ ਲਕੀਰੇ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ। ਹੁਣ ਲਕੀਰੇ ਗਏ ਸ਼ਬਦ ਜਿਹੜੇ ਨੇ ਉਹਨਾਂ ਦਾ ਅਸੀਂ ਵਿਰੋਧੀ ਸ਼ਬਦ ਜਿਹੜਾ ਹੈ ਉਹ ਚੁਣਨਾ ਹੈ। ਸ਼ਬਦ ਨੇ ਅੰਦਰ। ਪਹਿਲਾ ਸ਼ਬਦ ਲਕੀਰਾ ਕਿਹੜਾ ਹੈ ਉਹ ਵੇਖ ਲੈਂਦੇ ਹਾਂ। 2 ਗਜ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ। ਦੂਰੀ ਸ਼ਬਦ ਜਿਹੜਾ ਲਕੀਰਾ ਕੀਤਾ ਹੈ, ਲੀਕ ਲਾਈ ਹੈ ਥੱਲੇ, ਇਸ ਦਾ ਆਪਾਂ ਵਿਰੋਧੀ ਸ਼ਬਦ ਵੇਖਣਾ ਹੈ। ਅੰਦਰ, ਉੱਤੇ, ਨਜ਼ਦੀਕੀ, ਥੱਲੇ। ਸੋ ਦੂਰੀ ਤੋਂ ਹੁੰਦਾ ਹੈ ਨਜ਼ਦੀਕੀ। ਸੋ ਉੱਤਰ ਆਏਗਾ ਈਡੀ। ਅੱਗੇ ਚੱਲਦੇ ਹਾਂ। ਗਣਿਤ ਵਿਸ਼ਾ। ਹੇਠਾਂ ਦਿੱਤਾ ਛੜ ਗ੍ਰਾਫ ਅਜੀਤ ਵੱਲੋਂ ਸਤੰਬਰ ਪ੍ਰੀਖਿਆ ਦੌਰਾਨ ਵੱਖ-ਵੱਖ ਵਿਸ਼ਿਆਂ 'ਚ ਪ੍ਰਾਪਤ ਕੀਤੇ ਅੰਕਾਂ ਦੀ ਜਾਣਕਾਰੀ ਦਿੰਦਾ ਹੈ। ਸਤੰਬਰ ਮਹੀਨੇ ਦੇ ਜਿਹੜੇ ਪੇਪਰ ਹੋਏ ਨੇ, ਐਗਜ਼ਾਮ ਹੋਏ ਨੇ ਅਜੀਤ ਦੇ, ਉਹਦੇ ਮਾਰਕਸ ਦੱਸੇ ਗਏ ਨੇ, ਠੀਕ ਹੈ, ਔਰ ਉਹਦੇ ਸਬਜੈਕਟ ਜਿਹੜੇ ਨੇ, ਵਿਸ਼ੇ ਨੇ, ਉਹ ਦੱਸੇ ਗਏ ਨੇ। ਮੈਂ ਹਰ ਵਾਰੀ ਦੱਸ ਦਿੰਦਾ ਕਿ ਇਸ ਪਾਸੇ ਨੂੰ ਅਤੇ ਇਸ ਪਾਸੇ ਨੂੰ ਜਿਹੜਾ ਡਾਟਾ ਹੈ ਉਹ ਦਿੱਤਾ ਹੁੰਦਾ ਹੈ। ਉੱਪਰ ਵਾਲੇ ਪਾਸੇ ਵੇਖੀਏ ਤਾਂ ਡਾਟਾ ਨੰਬਰਾਂ ਦਾ ਹੈ, 80 ਨੰਬਰ ਤੱਕ ਅਖੀਰੀ ਨੰਬਰ ਨੇ, ਔਰ ਸੱਜੇ ਵਾਲੇ ਪਾਸੇ ਨੂੰ, ਜਿਹਨੂੰ ਅਸੀਂ ਹੌਰੀਜ਼ੌਂਟਲ ਕਹਿੰਦੇ ਹਾਂ, ਉੱਪਰ ਵਾਲੇ ਨੂੰ ਵਰਟੀਕਲ ਕਹਿੰਦੇ ਹਾਂ। ਸੱਜੇ ਵਾਲੇ ਪਾਸੇ ਨੂੰ ਜਿਹੜੀ ਲੀਕ ਜਾ ਰਹੀ ਹੈ ਲਾਲ ਰੰਗ ਦਾ ਤੁਸੀਂ ਐਰੋ ਦੇਖ ਰਹੇ ਹੋ, ਇੱਧਰ ਨੂੰ ਸਬਜੈਕਟ ਨੇ, ਵਿਸ਼ੇ ਨੇ, ਪੰਜਾਬੀ ਹੈ, ਅੰਗਰੇਜ਼ੀ ਹੈ, ਗਣਿਤ ਹੈ, ਵਾਤਾਵਰਨ ਸਿੱਖਿਆ ਹੈ ਅਤੇ ਹਿੰਦੀ ਹੈ। ਹੁਣ ਪ੍ਰਸ਼ਨ ਇਹ ਹੈ ਕਿ
ਅਜੀਤ ਨੇ ਜਿਹੜੇ ਹੈ ਵੱਖ-ਵੱਖ ਵਿਸ਼ੇ ਪ੍ਰਾਪਤ ਕੀਤੇ। ਜਿਹੜੇ ਅੰਕ ਨੇ ਉਹਨਾਂ ਵਿੱਚੋਂ ਕਿਹੜੇ ਵਿਸ਼ੇ ਵਿੱਚ ਕਿਹੜਿਆਂ ਵੀ ਦੋ ਵਿਸ਼ਿਆਂ ਵਿੱਚ ਬਰਾਬਰ ਅੰਕ ਪ੍ਰਾਪਤ ਕੀਤੇ ਨੇ। ਸੋ ਦੋ ਵਿਸ਼ੇ ਉਹ ਕਿਹੜੇ ਨੇ ਜਾਂ ਕਿਹੜੇ ਕਿਹੜੇ ਵਿਸ਼ੇ ਨੇ ਜਿਨ੍ਹਾਂ 'ਚ ਬਰਾਬਰ ਅੰਕ ਪ੍ਰਾਪਤ ਕੀਤੇ ਨੇ, ਤਾਂ ਆਪਾਂ ਐਰੋ ਲਗਾ ਕੇ ਦੇਖਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਐਰੋ ਬਿਲਕੁਲ ਸਿੱਧਾ ਆ ਰਿਹਾ ਹੈ ਇਹਨਾਂ ਦੋ ਸਬਜੈਕਟਾਂ ਦੇ ਉੱਪਰ। ਉਹ ਕਿਹੜੇ ਦੋ ਸਬਜੈਕਟ ਨੇ? ਪੰਜਾਬੀ ਅਤੇ ਹਿੰਦੀ। ਇੱਕ ਤੁਹਾਡੇ ਸਾਹਮਣੇ ਹਿੰਦੀ ਵਿਸ਼ਾ ਹੈ ਔਰ ਇੱਕ ਪੰਜਾਬੀ ਵਿਸ਼ਾ ਹੈ, ਜਿਨ੍ਹਾਂ ਦੇ ਅੰਕ ਬਰਾਬਰ ਨੇ। ਅੰਕ ਨੇ 60। ਸੋ ਉੱਤਰ ਆ ਜਾਏਗਾ ਈੜੀ। ਅੱਗੇ ਚੱਲਦੇ ਹਾਂ। ਹੇਠਾਂ ਦਿੱਤੇ ਛੜ ਗ੍ਰਾਫ ਵਿੱਚ ਭਾਰਤ ਦੇ 4 ਵੱਖ-ਵੱਖ ਸ਼ਹਿਰਾਂ ਦਾ 1 ਦਸੰਬਰ ਦਾ ਤਾਪਮਾਨ ਦਰਸਾਇਆ ਗਿਆ ਹੈ, ਜਿਸ ਨੂੰ ਦੇਖ ਕੇ ਦੱਸੋ ਕਿ ਕਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਠੰਡਾ ਹੈ। ਹੁਣ ਇੱਥੇ ਬੇਟਾ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਬੱਚਿਓ, ਯਾਦ ਰੱਖਣਾ। ਤਾਪਮਾਨ ਜਦੋਂ ਘਟਦਾ ਹੈ ਤਾਂ ਠੰਡ ਵੱਧਦੀ ਹੈ, ਜਦੋਂ ਤਾਪਮਾਨ ਵੱਧਦਾ ਹੈ ਤਾਂ ਗਰਮੀ ਵੱਧਦੀ ਹੈ। ਸੋ ਤਾਪਮਾਨ ਘੱਟ ਹੋਣ ਦਾ ਨਿਰਦੇਸ਼ ਇੱਥੇ ਹੋਏਗਾ ਕਿ ਠੰਡ ਜ਼ਿਆਦਾ ਹੋਏਗੀ, ਇਹ ਯਾਦ ਰੱਖਣਾ। ਸੋ ਸਭ ਤੋਂ ਵੱਧ ਠੰਡ ਫਿਰ ਕਿੱਥੇ ਹੋਏਗੀ? ਜਿਸ ਦਾ ਤਾਪਮਾਨ ਸਭ ਤੋਂ ਘੱਟ ਹੋਏਗਾ। ਤਾਂ ਸਭ ਤੋਂ ਘੱਟ ਤਾਪਮਾਨ ਜਿਹੜਾ ਹੈ ਉਹ ਸ਼ਿਮਲੇ ਦਾ ਹੈ। ਸੋ ਆਪਾਂ ਉੱਤਰ ਲਾਵਾਂਗੇ ਐੜਾ। ਬਾਕੀ ਤਾਪਮਾਨ ਤੁਸੀਂ ਉਸੇ ਤਰ੍ਹਾਂ ਹੀ ਵਰਟੀਕਲ ਅਤੇ ਹੋਰੀਜ਼ੋਨਟਲ ਦਿੱਤੇ ਨੇ ਸ਼ਹਿਰ, ਅਤੇ ਵਰਟੀਕਲ ਜਿਹੜੇ ਨੇ ਉੱਪਰ ਵੱਲ ਨੂੰ ਇਹ ਤਾਪਮਾਨ ਦਿੱਤਾ ਹੈ। ਦੇਖ ਸਕਦੇ ਹੋ ਕਿਹੜੇ ਸ਼ਹਿਰ ਦਾ ਕਿੰਨਾ ਤਾਪਮਾਨ ਹੈ। ਪ੍ਰਸ਼ਨ ਨੰਬਰ 3, ਆਕਾਸ਼ਦੀਪ ਨੇ ਦੁਕਾਨਦਾਰ ਤੋਂ ਹੇਠਾਂ ਦਿੱਤਾ ਸਮਾਨ ਖਰੀਦਿਆ। ਹੁਣ ਆਕਾਸ਼ਦੀਪ ਨੇ ਕੀ ਖਰੀਦਿਆ? ਖੰਡ ਖਰੀਦੀ ਹੈ ਜਿਹੜੀ ਕਿ 5 ਕਿਲੋ ਹੈ ਔਰ 1 ਕਿਲੋ ਦੀ ਕੀਮਤ ਜਿਹੜੀ ਹੈ ਖੰਡ ਦੀ 42 ਰੁਪਏ ਹੈ। ਇਸ ਤਰ੍ਹਾਂ ਹੀ ਚਾਵਲ ਖਰੀਦੇ ਨੇ 3 ਕਿਲੋਗ੍ਰਾਮ ਔਰ 1 ਕਿਲੋਗ੍ਰਾਮ ਦੀ ਕੀਮਤ ਜਿਹੜੀ ਹੈ 65 ਰੁਪਏ ਹੈ। ਇਸੇ ਤਰ੍ਹਾਂ ਹੀ ਚਾਹ ਪੱਤੀ ਖਰੀਦੀ ਹੈ 500 ਗ੍ਰਾਮ, ਲੇਕਿਨ ਉਹਦੀ ਕਿਲੋ ਦੀ ਕੀਮਤ 400 ਰੁਪਏ ਹੈ। ਇਹਦਾ ਮਤਲਬ 500 ਗ੍ਰਾਮ ਖਰੀਦਿਆ ਹੈ ਤਾਂ 200 ਰੁਪਏ ਦੀ ਖਰੀਦੀ। ਇਹ ਆਪਾਂ ਬਾਅਦ 'ਚ ਦੇਖਦੇ ਹਾਂ। ਉਸ ਤੋਂ ਬਾਅਦ ਸਰੋਂ ਦਾ ਤੇਲ ਖਰੀਦਿਆ ਹੈ 3 ਕਿਲੋਗ੍ਰਾਮ ਔਰ 210 ਰੁਪਏ ਜਿਹੜਾ ਹੈ ਤੇਲ ਦਾ ਰੇਟ ਹੈ। ਔਰ ਅੱਜ ਦਾ ਰੇਟ ਵੀ ਇੰਨਾ ਹੀ ਹੈ, ਖੰਡ ਦਾ ਵੀ ਇੰਨਾ ਹੀ ਹੈ। ਤਕਰੀਬਨ ਸਾਰੇ ਰੇਟ ਅੱਜ ਦੇ ਦਿੱਤੇ ਹੋਏ ਨੇ। ਸੋ ਆਪਾਂ ਉੱਤਰ ਲੱਭਾਂਗੇ ਪ੍ਰਸ਼ਨ ਦੇ ਅਨੁਸਾਰ। ਪ੍ਰਸ਼ਨ ਕੀ ਹੈ? ਉਪਰੋਕਤ ਵਸਤੂਆਂ ਨੂੰ ਖਰੀਦਣ ਲਈ ਉਸਨੇ ਕਿੰਨੇ ਰੁਪਏ ਖਰਚ ਕੀਤੇ? ਮਤਲਬ ਇਹ ਕਿ ਆਕਾਸ਼ਦੀਪ ਨੇ ਟੋਟਲ ਕਿੰਨੇ ਰੁਪਏ ਦਿੱਤੇ। ਹੁਣ ਜਿੰਨੀਆਂ ਵਸਤੂਆਂ ਖਰੀਦੀਆਂ ਨੇ ਪਹਿਲਾਂ ਕਿਲੋਆਂ ਦੇ ਵਿੱਚ ਭਾਅ ਜਿਹੜਾ ਹੈ ਉਹ ਕੱਢਾਂਗੇ, ਰੁਪਏ ਕੱਢਾਂਗੇ, ਕਿੰਨੇ ਪੈਸੇ ਦਿੱਤੇ ਪ੍ਰਤੀ ਕਿਲੋ ਦੇ ਹਿਸਾਬ ਨਾਲ। ਜਿੰਨੀ ਵੀ ਚੀਜ਼ ਖਰੀਦੀ, ਜਿੰਨੀ ਵਸਤੂ ਖਰੀਦੀ, ਉਸੇ ਹਿਸਾਬ ਨਾਲ ਪੈਸੇ ਬਣਾਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਖੰਡ ਦੀ, ਤਾਂ 5 ਕਿਲੋਗ੍ਰਾਮ ਹੈ ਤਾਂ 42 ਰੁਪਏ ਕਿਲੋ ਹੈ। ਤਾਂ 42 ਨੂੰ ਜਦੋਂ ਅਸੀਂ 5 ਨਾਲ ਗੁਣਾ ਕਰਾਂਗੇ ਤਾਂ ਉੱਤਰ ਆ ਜਾਏਗਾ 210। ਇਸੇ ਤਰ੍ਹਾਂ ਹੀ ਦੂਸਰੀ ਵਸਤੂ ਹੈ ਚਾਵਲ, ਜਿਹੜੇ ਉਹਨੇ 3 ਕਿਲੋਗ੍ਰਾਮ ਖਰੀਦੇ ਨੇ। 1 ਕਿਲੋਗ੍ਰਾਮ ਦੀ ਕੀਮਤ 65 ਰੁਪਏ ਹੈ, ਤਾਂ 3 ਕਿਲੋਗ੍ਰਾਮ ਦੀ ਕੀਮਤ ਕਿੰਨੀ ਹੋਏਗੀ? 65 ਗੁਣਾ 3। ਉੱਤਰ ਆ ਜਾਏਗਾ 195। ਇਸੇ ਤਰ੍ਹਾਂ ਹੀ ਚਾਹ ਪੱਤੀ ਦੀ ਕੀਮਤ 500 ਰੁਪਏ ਕਿਲੋ ਹੈ, ਕਿਉਂਕਿ ਉਸਨੇ 500 ਗ੍ਰਾਮ ਖਰੀਦੀ ਹੈ ਔਰ ਕਿਲੋਗ੍ਰਾਮ ਦੀ ਕੀਮਤ 400 ਰੁਪਏ ਹੈ ਔਰ ਉਸਨੇ 500 ਗ੍ਰਾਮ ਖਰੀਦੀ ਤਾਂ ਫਿਰ ਅੱਧਾ ਕਿਲੋ ਦੀ ਯਾਨੀ ਕਿ 500 ਗ੍ਰਾਮ ਦੀ ਕੀਮਤ ਕਿੰਨੀ ਹੋਈ? 200 ਰੁਪਏ, ਅੱਧਾ ਹੋ ਜਾਏਗਾ। ਔਰ ਲਾਸਟ ਸਾਡੇ ਕੋਲ ਸਰੋਂ ਦਾ ਤੇਲ ਬਚਿਆ 210 ਰੁਪਏ ਕਿਲੋ ਹੈ, ਤਾਂ ਉਸਨੇ ਖਰੀਦਿਆ 3 ਕਿਲੋਗ੍ਰਾਮ। तो 210 ਨੂੰ 3 ਨਾਲ ਗੁਣਾ ਕਰੇਗਾ ਹਰ ਵਿਦਿਆਰਥੀ, ਤਾਂ ਉਸ ਨੂੰ ਉੱਤਰ ਮਿਲੇਗਾ
630। ਔਰ ਜਦੋਂ ਅਸੀਂ ਸਾਰੇ ਨੂੰ ਜੋੜ ਕਰ ਲਵਾਂਗੇ, ਹੁਣ ਤੁਸੀਂ ਜੇ ਤੁਸੀਂ ਪ੍ਰੋਜੈਕਟਰ 'ਤੇ ਇਹ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਸਟਾਪ ਕਰ ਲਓ, फ़ोन 'ਤੇ ਵੀਡੀਓ ਸਟਾਪ ਕਰਕੇ ਪਾਊਜ਼ ਕਰਕੇ ਪਹਿਲਾਂ ਜੋੜ ਕਰ ਲਓ, ਫਿਰ ਉੱਤਰ ਦਾ ਤੁਸੀਂ ਅੰਦਾਜ਼ਾ ਲਗਾਉਣਾ। ਵੈਸੇ ਇਸ ਦਾ ਉੱਤਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਇਸ ਦਾ ਉੱਤਰ ਆਏਗਾ 1235। ਹੁਣ 1235 ਕਿੱਥੇ ਹੈ? ਇਹ ਹੈ ਸਾਡੇ ਕੋਲ ਈੜੀ, ਸੋ ਉੱਤਰ ਆ ਜਾਏਗਾ ਈੜੀ। ਨੈਕਸਟ ਚੱਲਦੇ ਹਾਂ। प्रश्न नंबर 4। एक लड़का सवेरे 7:30 बजे 7:30 ਤੇ ਸਕੂਲ ਜਾਂਦਾ ਹੈ ਅਤੇ ਵਾਪਸ ਘਰ ਦੁਪਹਿਰ ਪਹੁੰਚਦਾ ਹੈ ਇਸ ਘੜੀ ਦੇ ਅਨੁਸਾਰ। मतलब ਇਹ ਕਿ ਇਸ ਘੜੀ ਦੇ ਅਨੁਸਾਰ ਉਹ ਸਕੂਲ ਜਾਂਦਾ ਹੈ ਔਰ ਇਸ ਘੜੀ ਦੇ ਅਨੁਸਾਰ ਜਿਹੜਾ ਹੈ ਉਹ ਵਾਪਸ ਆਉਂਦਾ ਹੈ ਔਰ ਸਮਾਂ ਦਿੱਤਾ ਹੋਇਆ ਹੈ ਅਤੇ ਕਿੰਨਾ ਚਿਰ ਉਹ ਘਰ ਤੋਂ ਬਾਹਰ ਰਹਿੰਦਾ ਹੈ। ਠੀਕ ਹੈ ਜੀ। ਸੋ ਆਪਾਂ ਜਦੋਂ 7:30 ਜਾਂ 7:30 ਲਗਾਉਂਦੇ ਹਾਂ ਤਾਂ 8:30 ਦੇ ਵਿੱਚ ਸਾਡਾ 1 ਘੰਟਾ, 9:30 ਦੇ ਵਿੱਚ ਦੂਜਾ ਘੰਟਾ, 10:30 'ਚ ਤੀਸਰਾ ਘੰਟਾ, 11:30 'ਚ ਚੌਥਾ ਘੰਟਾ ਔਰ 12:30 'ਚ ਪੰਜਵਾਂ, 1:30 ਵਜੇ ਛੇਵਾਂ ਔਰ 2:30 ਵਜੇ 7 ਘੰਟੇ ਹੋ ਜਾਂਦੇ ਨੇ। ਪਰ ਇੱਥੇ 2:45 ਨੇ ਔਰ ਇਸ ਦਾ ਮਤਲਬ ਇਹ ਹੋਇਆ ਕਿ 7 ਘੰਟੇ ਅਤੇ 15 ਮਿੰਟ ਜਿਹੜਾ ਹੈ ਉਹ ਬੱਚਾ ਬਾਹਰ ਰਹਿੰਦਾ ਹੈ। ਉੱਤਰ ਆ ਜਾਏਗਾ ਐੜਾ। ਪ੍ਰਸ਼ਨ ਨੰਬਰ 5। ਦਿੱਤੇ ਗਏ ਮਾਪਕ ਵਿੱਚ 1 ਲੀਟਰ 300 ਮਿਲੀਲੀਟਰ, ਜਦੋਂ 1.300 ਲਿਖਿਆ ਇਸ ਦਾ ਮਤਲਬ 1 ਲੀਟਰ 300 ਮਿਲੀਲੀਟਰ ਹੈ, ਪਾਣੀ ਸੀ। ਉਸ ਵਿੱਚ ਪੱਥਰ ਪਾਉਣ ਨਾਲ ਪਾਣੀ ਦਾ ਪੱਧਰ ਜਿਹੜਾ ਉੱਪਰ ਆ ਗਿਆ ਸੀ। ਹੇਠਾਂ ਦਿੱਤਾ ਗਿਆ ਚਿੱਤਰ ਦੇਖ ਕੇ ਦੱਸੋ ਕਿ ਪੱਥਰ ਪਾਉਣ ਨਾਲ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਿੰਨਾ ਉੱਪਰ ਆ ਗਿਆ। ਹੁਣ ਇਸ ਨੂੰ ਧਿਆਨ ਨਾਲ ਕਰਾਂਗੇ। ਪਹਿਲਾਂ ਜ਼ੂਮ ਕਰਦੇ ਹਾਂ। ਆਹ ਤੁਸੀਂ ਦੇਖ ਰਹੇ ਹੋ, ਜਦੋਂ ਪੱਥਰ ਨਹੀਂ ਸੀ ਪਾਇਆ ਤਾਂ ਉਦੋਂ ਪਾਣੀ ਦਾ ਪੱਧਰ ਇਹ ਸੀ, ਮਤਲਬ ਕਿ 1.3 ਸੀ। ਔਰ ਜਦੋਂ ਪੱਥਰ ਪਾ ਲਿਆ ਉਸ ਤੋਂ ਬਾਅਦ ਉਹਦਾ ਪੱਧਰ ਜਿਹੜਾ ਹੈ ਉਹ ਇਹ ਹੋ ਗਿਆ। ਮਤਲਬ ਇਹ ਕਿ ਹੁਣ ਅਸੀਂ ਦੇਖਣਾ ਹੈ ਕਿ 1.3 ਕਿੱਥੇ ਹੈ, ਤਾਂ ਇਹ 1.3 ਹੈ। ਇਹ 1.3 ਹੈ ਔਰ ਉਸ ਤੋਂ ਉੱਪਰ ਆਪਾਂ ਗਿਣ ਲੈਣੇ ਨੇ। 100 ਮਿਲੀਲੀਟਰ ਇੱਕ ਦੀ ਇੱਕ ਲਾਈਨ ਹੈ, ਤਾਂ ਅਸੀਂ ਜਦੋਂ ਗਿਣਾਂਗੇ ਤਾਂ ਸਾਡੇ ਕੋਲ 1 2 3 4 ਅਤੇ 500 ਮਿਲੀਲੀਟਰ ਦਾ ਤੱਕ ਦਾ ਪੱਧਰ ਉੱਪਰ ਆ ਗਿਆ। ਬਹੁਤ ਹੀ ਸਿੰਪਲ ਸੀ। ਇਸ ਦਾ ਉੱਤਰ ਆਏਗਾ 500 ਮਿਲੀਲੀਟਰ ਔਰ ਉੱਤਰ ਆ ਜਾਏਗਾ ਈਡੀ। ਨੈਕਸਟ ਵਿਸ਼ਾ ਵਾਤਾਵਰਣ ਸਿੱਖਿਆ। ਜੰਤੂਆਂ ਦੀਆਂ ਅਸਾਧਾਰਨ ਵਿਸ਼ੇਸ਼ਤਾਵਾਂ ਸੰਬੰਧੀ ਨਿਮਨ ਵਿੱਚੋਂ ਕਿਹੜਾ ਕਥਨ ਸਹੀ ਹੈ। ਹਰ ਇੱਕ ਜੀਵ ਜੰਤੂ ਦੇ ਵਿੱਚ ਅਲੱਗ ਇੱਕ ਵਿਸ਼ੇਸ਼ਤਾ ਹੁੰਦੀ ਹੈ। ਕੀੜੀਆਂ ਕਤਾਰ ਵਿੱਚ ਚੱਲਦੀਆਂ ਹਨ, ਜਿਵੇਂ ਗਿੱਦੜ ਦਿਨ ਵੇਲੇ ਉੱਡਦਾ ਹੈ। ਉਹਨਾਂ ਪੁੱਛਿਆ ਕਿਹੜਾ ਕਥਨ ਸਹੀ ਹੈ। ਇੱਥੋਂ ਤਾਂ ਕੀੜੀਆਂ ਕਤਾਰ ਚੱਲਦੀਆਂ ਬਿਲਕੁਲ ਸਹੀ ਹੈ। ਜਿਵੇਂ ਗਿੱਦੜ ਦਿਨ ਵੇਲੇ ਉੱਡਦਾ ਹੈ, ਨਹੀਂ, ਇਹ ਗਲਤ ਹੈ। ਡੱਡੂ ਮੀਂਹ ਦੀ ਰੁੱਤ ਵਿੱਚ ਘੱਟ ਦਿਖਾਈ ਦਿੰਦੇ, ਗਲਤ ਹੈ, ਜ਼ਿਆਦਾ ਦਿਖਾਈ ਦਿੰਦੇ ਨੇ ਮੀਂਹ ਦੀ ਰੁੱਤ ਵਿੱਚ। ਮੱਛਰ ਸਰਦੀ ਦੀ ਰੁੱਤ ਵਿੱਚ ਵੱਧ ਦਿਖਾਈ ਦਿੰਦੇ ਹਨ, ਨਹੀਂ, ਗਰਮੀ ਦੀ ਰੁੱਤ ਵਿੱਚ ਵੱਧ ਦਿਖਾਈ ਦਿੰਦੇ ਹਨ। ਇਸ ਕਰਕੇ ਉੱਤਰ ਪਹਿਲਾ ਹੀ ਸਹੀ ਹੈ। ਉੱਤਰ ਆਏਗਾ ਊੜਾ। ਪ੍ਰਸ਼ਨ ਨੰਬਰ 2। ਮੱਕੜੀ ਖੇਤਾਂ ਵਿੱਚ ਜਾਲਾ ਬਣਾਉਂਦੀ ਹੈ ਜਿਸ ਵਿੱਚ ਬਹੁਤ ਸਾਰੇ ਕੀਟ ਅਤੇ ਮੱਛਰ ਫਸ ਜਾਂਦੇ ਹਨ। ਮੱਕੜੀ ਇਹਨਾਂ ਨੂੰ ਖਾ ਜਾਂਦੀ ਹੈ
ਇਸ ਤੋਂ ਮੱਕੜੀ ਦੀ ਕਿਹੜੀ ਅਸਾਧਾਰਨ ਵਿਸ਼ੇਸ਼ਤਾ ਦਾ ਪਤਾ ਲੱਗਦਾ ਹੈ? ਤਾਂ ਬਹੁਤ ਸਾਰੇ ਜਿਹੜੇ ਹੋਰ ਕੀਟ ਪਤੰਗੇ ਨੇ ਦੂਜੇ ਕੀਟ ਪਤੰਗਾਂ ਨੂੰ ਖਾਂਦੇ ਨੇ, ਪਰ ਮੱਕੜੀ 'ਚ ਇੱਕ ਵਿਸ਼ੇਸ਼ਤਾ ਹੈ ਜਿਹੜੀ ਕਿ ਆਪਾਂ ਪੜ੍ਹਾਂਗੇ ਥੱਲੇ ਪਤਾ ਲੱਗ ਜਾਏਗਾ। ਮੱਕੜੀ ਫਸਲਾਂ ਦਾ ਨੁਕਸਾਨ ਕਰਦੀ ਹੈ? ਨਹੀਂ, ਉਹ ਤਾਂ ਕੀੜੇ ਖਾਂਦੀ ਹੈ, ਗਲਤ ਹੈ। ਮੱਕੜੀ ਸ਼ਿਕਾਰ ਬਣਾਉਣ ਲਈ ਫੜਨ ਲਈ ਜਾਲਾ ਬਣਾਉਂਦੀ ਹੈ। ਮੱਕੜੀ ਕੀਟਾਂ ਨੂੰ ਖਾ ਜਾਂਦੀ ਹੈ। ਮੱਕੜੀ ਖੇਤਾਂ 'ਚ ਰਹਿੰਦੀ ਹੈ। ਤਾਂ ਮੱਕੜੀ ਕਿਤੇ ਵੀ ਰਹਿ ਸਕਦੀ ਹੈ, ਜ਼ਰੂਰੀ ਨਹੀਂ ਖੇਤਾਂ 'ਚ ਰਹਿੰਦੀ ਹੋਵੇ। ਇਸ ਤੋਂ ਇਲਾਵਾ ਮੱਕੜੀ ਕੀਟਾਂ ਨੂੰ ਖਾ ਜਾਂਦੀ ਹੈ, ਇਹ ਤਾਂ ਸਹੀ ਹੈ, ਪਰ ਜਿਹੜੀ ਅਸਾਧਾਰਨ ਵਿਸ਼ੇਸ਼ਤਾ ਹੈ ਮੱਕੜੀ ਦੀ ਬੱਚਿਓ, ਉਹ ਇਹ ਹੈ ਕਿ ਮੱਕੜੀ ਸ਼ਿਕਾਰ ਫੜਨ ਲਈ ਜਾਲਾ ਬਣਾਉਂਦੀ ਹੈ। ਇਹ ਉਸ ਦੀ ਵਿਸ਼ੇਸ਼ਤਾ ਹੈ। ਕੀਟ ਪਤੰਗੇ ਤਾਂ ਸਾਰੇ ਹੀ ਖਾ ਜਾਂਦੇ ਆ, ਛੋਟੇ ਛੋਟੇ ਪੰਛੀ ਵੀ ਖਾਂਦੇ ਆ, ਕੀਟ ਪਤੰਗੇ ਵੀ ਇੱਕ ਦੂਜੇ ਨੂੰ ਖਾਂਦੇ ਆ, ਪਰ ਜਾਲਾ ਬਣਾਉਣ ਦਾ ਕੰਮ ਜਿਹੜੀ ਵਿਸ਼ੇਸ਼ਤਾ ਹੈ ਉਹ ਸਿਰਫ ਮੱਕੜੀ ਵਿੱਚ ਹੈ। ਉੱਤਰ ਆਏਗਾ ਐੜਾ। ਮਨੁੱਖ ਰੋਜ਼ੀ ਰੋਟੀ ਕਮਾਉਣ ਲਈ ਜੰਤੂਆਂ ਦੀ ਵਰਤੋਂ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਜੰਤੂਆਂ ਦਾ ਕਿਹੜਾ ਗੁੱਟ ਇਸ ਪੱਖੋਂ ਸਹੀ ਹੈ? ਸੋ ਰੋਜ਼ੀ ਰੋਟੀ ਕਮਾਉਣ ਲਈ ਕੋਈ 3 ਜੰਤੂ ਦੱਸਣੇ ਨੇ ਜਾਂ ਜੀਵ ਦੱਸਣੇ ਨੇ ਜਿਹੜੇ ਮਨੁੱਖ ਨੂੰ ਰੋਜ਼ੀ ਰੋਟੀ ਕਮਾਉਣ 'ਚ ਮਦਦ ਕਰਦੇ ਆ। ਉਹਨਾਂ ਵਿੱਚ ਹੈ ਬਾਂਦਰ, ਊਠ ਅਤੇ ਸੱਪ, ਬਿੱਲੀ, ਸੱਪ, ਚਮਗਿੱਦੜ, ਘੋੜਾ, ਊਠ ਅਤੇ ਬਿੱਲੀ, ਬਿੱਲੀ, ਸੱਪ ਅਤੇ ਚੂਹਾ। ਕਿਉਂਕਿ ਬਿੱਲੀ ਕਦੀ ਵੀ ਅਸੀਂ ਨਹੀਂ ਦੇਖਿਆ ਕਿ ਉਹ ਕਿਸੇ ਦੇ ਖਿਡਾਉਣ ਦੇ ਵਿੱਚ ਸਰਕਸ 'ਚ ਸ਼ਾਇਦ ਉਹ ਕੰਮ ਆ ਸਕਦੀ ਹੈ, ਪਰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਲੇਕਿਨ ਬਿੱਲੀ ਵਾਲਾ ਤੁਸੀਂ ਕੋਈ ਵੀ ਆਪਸ਼ਨ ਛੱਡ ਦੇਣੀ ਹੈ, ਕਿਉਂਕਿ ਬਿੱਲੀ ਘੱਟ ਉਪਯੋਗ ਦੇ ਵਿੱਚ ਆਉਂਦੀ ਹੈ, ਕਮਾਈ ਦੇ ਸਾਧਨ ਜਦੋਂ ਇਨਸਾਨ ਇਸ ਨੂੰ ਵਰਤਦਾ ਹੈ। ਜ਼ਿਆਦਾਤਰ ਬਾਂਦਰ, ਬਾਂਦਰ ਜਿਹੜਾ ਹੈ ਉਸ ਦਾ ਤਮਾਸ਼ਾ ਵਿਖਾ ਕੇ ਪੈਸੇ ਕਮਾਏ ਜਾਂਦੇ ਨੇ ਮਨੁੱਖ ਦੁਆਰਾ। ਊਠ ਜਿਹੜਾ ਹੈ ਉਸ ਦੇ ਉੱਤੇ ਭਾਰ ਲੱਦ ਕੇ, ਵਜਨ ਲੱਦ ਕੇ ਵਸਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੋ ਖੜੀਆਂ ਜਾਂਦੀਆਂ ਨੇ, ਪਾਣੀ ਕੱਢਿਆ ਜਾਂਦਾ ਹੈ ਖੂਹਾਂ ਦੇ ਵਿੱਚੋਂ। ਇਸ ਤੋਂ ਇਲਾਵਾ ਊਠ ਨੂੰ ਦੁੱਧ ਦੇ ਤੌਰ 'ਤੇ ਊਠਣੀ ਨੂੰ ਵਰਤਿਆ ਜਾਂਦਾ ਹੈ। ਇਸ ਦਾ ਦੁੱਧ ਬਹੁਤ ਕੀਮਤੀ ਅਤੇ ਬਹੁਤ ਮੁੱਲਵਾਨ ਹੁੰਦਾ ਹੈ। ਇਸ ਤੋਂ ਇਲਾਵਾ ਸੱਪ ਜਿਹੜਾ ਹੈ ਇਸ ਨੂੰ ਵੀ ਵਿਖਾ ਕੇ ਜਿਹੜਾ ਹੈ ਪੈਸੇ ਕਮਾਏ ਜਾਂਦੇ ਨੇ। ਜ਼ਹਿਰ ਤੋਂ ਪੈਸੇ ਜਿਹੜੇ ਕਮਾਏ ਜਾਂਦੇ ਨੇ, ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ, ਇਸ ਕਰਕੇ ਪਹਿਲਾ ਉੱਤਰ ਜਿਹੜਾ ਉਹ ਸਹੀ ਹੋਏਗਾ। ਉੱਤਰ ਆਏਗਾ ਊੜਾ। ਪ੍ਰਸ਼ਨ ਨੰਬਰ 4, ਜੋ ਲੋਕ ਦੇਖ ਨਹੀਂ ਸਕਦੇ ਉਹਨਾਂ ਸੰਬੰਧੀ ਨਿਮਨ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂ, ਸਹੀ ਕਥਨ ਚੁਣਨਾ। ਉਹ ਦੂਜੇ ਲੋਕਾਂ ਤੱਕ ਆਪਣਾ ਕੋਈ ਵੀ ਸੁਨੇਹਾ ਨਹੀਂ ਪਹੁੰਚਾ ਸਕਦੇ, ਇਹ ਗਲਤ ਹੈ, ਕਿਉਂਕਿ ਉਹ ਪਹੁੰਚਾ ਸਕਦੇ ਆ, ਬੋਲ ਕੇ ਤਾਂ ਪਹੁੰਚਾ ਹੀ ਸਕਦੇ ਆ। ਉਹ ਬ੍ਰੇਲ ਲਿਪੀ ਦੀ ਮਦਦ ਨਾਲ ਪੜ੍ਹ ਲਿਖ ਸਕਦੇ ਹਨ। ਹਾਂ, ਇਹ ਬਿਲਕੁਲ ਸਹੀ ਕਿ ਉਹ ਬ੍ਰੇਲ ਲਿਪੀ ਨਾਲ ਪੜ੍ਹ ਲਿਖ ਸਕਦੇ ਨੇ। ਅਗਲੀ ਆਪਸ਼ਨ ਦੇਖਦੇ ਹਾਂ। ਉਹ ਇਸ਼ਾਰਿਆਂ ਦੀ ਭਾਸ਼ਾ ਨਾਲ ਆਪਣੀ ਗੱਲ ਦੂਜੇ ਤੱਕ ਪਹੁੰਚਾਉਂਦੇ ਹਨ। ਨਹੀਂ, ਇਸ਼ਾਰਿਆਂ ਨਾਲ ਤਾਂ ਹਮੇਸ਼ਾ ਜਿਹੜੇ ਆ ਉਹ ਗੂੰਗੇ ਹੀ ਪਹੁੰਚਾ ਸਕਦੇ ਨੇ। ਜਿਹੜੇ ਦੇਖ ਨਹੀਂ ਸਕਦੇ ਉਹ ਤਾਂ ਬੋਲ ਤਾਂ ਸਕਦੇ ਹੀ ਹੈ। ਸਾਰੀ ਉਮਰ ਉਹ ਹਰ ਗੱਲ ਲਈ ਦੂਜਿਆਂ 'ਤੇ ਨਿਰਭਰ ਰਹਿੰਦੇ ਹਨ, ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ। ਸੋ ਉੱਤਰ ਜਿਹੜਾ ਹੈ ਉਹ ਦੂਸਰਾ ਆਏਗਾ ਕਿ ਉਹ ਬ੍ਰੇਲ ਲਿਪੀ ਦੀ ਸਹਾਇਤਾ ਨਾਲ ਪੜ੍ਹ ਲਿਖ ਸਕਦੇ ਹਨ। ਪ੍ਰਸ਼ਨ ਨੰਬਰ 5, ਇਸ ਤਰ੍ਹਾਂ ਦੀਆਂ ਪਲੇਟਾਂ ਅਸੀਂ ਘਰਾਂ ਅਤੇ ਫੈਕਟਰੀਆਂ ਦੀਆਂ ਛੱਤਾਂ ਉੱਤੇ ਲੱਗੀਆਂ ਦੇਖਦੇ ਹਾਂ। ਦੇਖੀਆਂ ਸਾਰੇ ਬੱਚਿਆਂ ਨੇ ਇਸ ਤਰ੍ਹਾਂ ਦੀਆਂ ਪਲੇਟਾਂ ਕਿਹੜੀਆਂ ਨਜ਼ਰ ਆ ਰਹੀਆਂ? ਇਹ ਕੀ ਨੇ? ਸਾਰੇ ਬੱਚਿਆਂ ਨੂੰ ਪਤਾ ਹੋਣਾ। ਅੱਜ ਕੱਲ੍ਹ ਤਾਂ ਹਰ ਪਿੰਡਾਂ ਦੇ ਵਿੱਚ ਵੀ ਕਾਫੀ ਚਲਣ ਹੋ ਗਿਆ। ਹਰ ਪਿੰਡ ਦੇ ਵਿੱਚ ਕੋਈ ਨਾ ਕੋਈ 3-4 ਘਰਾਂ ਦੇ ਵਿੱਚ ਤਾਂ ਲੱਗੀਆਂ ਹੀ ਨੇ। ਸੂਰਜ ਦੀ ਰੋਸ਼ਨੀ ਤੋਂ ਬਿਜਲੀ ਪੈਦਾ ਕਰਨਾ, ਛੱਤ ਨੂੰ ਧੁੱਪ ਤੋਂ ਬਚਾਉਣਾ, ਆਸਮਾਨੀ ਬਿਜਲੀ ਤੋਂ ਬਚਾਅ ਕਰਨਾ, ਛੱਤਾਂ ਦੀ ਸਜਾਵਟ ਲਈ ਲਾਈਆਂ ਜਾਂਦੀਆਂ ਹਨ। ਤਾਂ ਕਿਹੜਾ ਕਥਨ ਸਹੀ ਹੈ? ਸੂਰਜ ਦੀ ਰੋਸ਼ਨੀ ਜਿਹੜੀ ਹੈ ਉਸ ਤੋਂ ਬਿਜਲੀ ਪੈਦਾ ਜਿਹੜੀ ਹੈ ਉਹ ਹੁੰਦੀ ਹੈ। ਇਸ ਨੂੰ ਸੋਲਰ ਪੈਨਲ ਵੀ ਕਹਿੰਦੇ ਨੇ। ਠੀਕ ਹੈ, ਸੂਰਜੀ ਜਾਂ ਤਾਪ ਊਰਜਾ ਜਿਹੜੀ ਹੈ ਇਸ ਤੋਂ ਆਪਾਂ ਜਨਰੇਟ ਕਰਕੇ ਥੱਲੇ ਬਿਜਲੀ DC ਤੋਂ AC ਤਿਆਰ ਕਰਦੇ ਹਾਂ। ਅੱਗੇ ਚੱਲਦੇ ਹਾਂ। ਵਿਦਿਆਰਥੀ ਪਰਸਨੈਲਿਟੀ ਹੈ PQ ਪੀਪਲਸ ਕੁਐਸਚਨੇਅਰ। ਪਹਿਲਾ ਕੁਐਸਚਨ, ਕੀ ਤੁਹਾਡੇ ਸਕੂਲ ਵਿੱਚ ਹੱਥ ਧੋਣ ਲਈ ਸਾਬਣ ਮੌਜੂਦ ਹਨ? ਬਿਲਕੁਲ ਮੌਜੂਦ ਹੈ। ਸਾਡੇ ਟੂਟੀਆਂ ਦੇ ਲਾਗੇ ਬਿਲਕੁਲ ਸਾਬਣ ਪਏ ਹੁੰਦੇ ਆ। ਉੱਤਰ ਹਾਂ 'ਚ ਆਏਗਾ। ਕੀ ਤੁਸੀਂ ਸਕੂਲ ਵਿੱਚ ਕੀਤਾ ਕੰਮ ਮਾਪਿਆਂ ਨਾਲ ਸਾਂਝਾ ਕਰਦੇ ਹੋ? ਤਾਂ ਇਹ ਤੁਹਾਡੇ 'ਤੇ ਡਿਪੈਂਡਡ ਹੈ। ਕਿਹੜੇ ਬੱਚੇ ਮਾਪਿਆਂ ਨਾਲ ਸਾਂਝਾ ਕਰਦੇ ਨੇ ਉਹ ਹਾਂ ਕਰਨਗੇ, ਜਿਹੜੇ ਬੱਚੇ ਨਹੀਂ ਕਰਦੇ ਉਹ ਨਹੀਂ ਕਰਨਗੇ। ਕੀ ਤੁਹਾਨੂੰ ਹਰ ਰੋਜ਼ ਘਰ ਦਾ ਕੰਮ ਮਿਲਦਾ ਹੈ? ਤਾਂ ਬਾਕਾਇਦਾ ਮਿਲਦਾ ਹੈ, ਬਲੈਕ ਬੋਰਡ 'ਤੇ ਮਿਲਦਾ ਹੈ,
ਕਾਪੀਆਂ 'ਤੇ ਨੋਟ ਕਰਵਾਇਆ ਜਾਂਦਾ ਹੈ। ਉੱਤਰ ਹਾਂ 'ਚ ਆਏਗਾ। ਕੀ ਅਧਿਆਪਕ ਤੁਹਾਨੂੰ ਤੁਹਾਡੀ ਮਾਤ ਭਾਸ਼ਾ ਵਿੱਚ ਹੀ ਪੜ੍ਹਾਉਂਦੇ ਹਨ? ਬਿਲਕੁਲ, ਪੰਜਾਬੀ ਮਾਤ ਭਾਸ਼ਾ ਹੈ ਸਾਡੀ, ਉਸ ਵਿੱਚ ਹੀ ਪੜ੍ਹਾਇਆ ਜਾਂਦਾ ਹੈ। ਅਕਸਰ ਆਪਾਂ ਉੱਤਰ ਦੇਵਾਂਗੇ। ਔਰ 5ਵਾਂ ਪ੍ਰਸ਼ਨ ਹੈ, ਤੁਹਾਡਾ ਅਧਿਆਪਕ ਕਿਹੜੇ ਬੱਚਿਆਂ ਦੀ ਪ੍ਰਸ਼ੰਸਾ ਕਰਦਾ ਹੈ? ਹੁਣ ਇਸ ਨੂੰ ਧਿਆਨ ਨਾਲ ਪੜ੍ਹੋ। ਸਿਰਫ ਹੁਸ਼ਿਆਰ ਬੱਚਿਆਂ ਦੀ, ਰੋਜ਼ ਹਾਜ਼ਰ ਰਹਿਣ ਵਾਲਿਆਂ ਦੀ, ਸਾਫ਼ ਵਰਦੀ ਵਾਲਿਆਂ ਦੀ, ਜਾਂ ਸਾਰਿਆਂ ਦੀ? ਸੋ ਹਰ ਤਰ੍ਹਾਂ ਦੇ ਬੱਚੇ ਮੌਜੂਦ ਨੇ, ਪਰ ਸਿਫਤ ਹਰ ਬੱਚੇ ਦੀ ਅਧਿਆਪਕ ਕਰਦਾ ਹੈ ਪ੍ਰਮੋਟ ਕਰਨ ਲਈ, ਬੱਚੇ ਨੂੰ ਦੱਸਣ ਵਾਸਤੇ ਕਿ ਉਸਦੀ ਕਾਰਗੁਜ਼ਾਰੀ ਕੀ ਹੈ, ਬੱਚੇ ਨੂੰ ਹੋਰ ਉਤਾਂਹ ਖੜਨ ਵਾਸਤੇ, ਉਸਦੇ ਚੰਗੇ ਨਤੀਜਿਆਂ ਵਾਸਤੇ, ਉਸਦੀ ਚੰਗੀ ਵਿਅਕਤੀਤਵ ਵਾਸਤੇ, ਚੰਗੇ ਆਚਰਣ ਵਾਸਤੇ ਅਧਿਆਪਕ ਹਰ ਇੱਕ ਬੱਚੇ ਨੂੰ ਪ੍ਰਮੋਟ ਕਰਦਾ ਹੈ, ਹਰ ਇੱਕ ਬੱਚੇ ਦੀ ਸਰਾਹਨਾ ਕਰਦਾ ਹੈ। ਸੋ ਉੱਤਰ ਸਾਰਿਆਂ ਦੀ ਜਿਹੜਾ ਹੈ ਉਹਦੇ 'ਚ ਆਪਾਂ ਲਾਵਾਂਗੇ। ਸੋ ਇਸ ਤੁਹਾਡੀ ਬੇਟਾ ਅੱਜ ਦੀ ਪ੍ਰਸ਼ਨਾਵਲੀ। ਮੈਨੂੰ ਆਸ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ। ਅਗਲੀ ਪ੍ਰਸ਼ਨਾਵਲੀ 'ਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।